ਸਾਹਿਬ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ। ਕੱਲ੍ਹ ਅਸੀਂ ਪੰਜਾਂ ਦਾ ਪੰਜ ਪ੍ਰਵਾਨ ਪੰਜ ਪ੍ਰਧਾਨ ਇਹ ਸਮਝਣਾ ਕੀਤਾ ਸੀ। ਇੱਥੇ ਆਪਾਂ ਪਹੁੰਚੇ ਸੀ ਕਿ ਧੌਲ ਧਰਮ ਦਿਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ। ਪਰਮੇਸ਼ਰ ਜਿਹੜਾ ਹੈ ਉਹਨੇ ਇੱਥੇ ਸ੍ਰਿਸ਼ਟੀ ਨੂੰ ਸਾਰੀ ਨੂੰ ਨਾ ਜਿਹੜੀ ਧਰਮ ਜਿਹਨੂੰ ਅਸੀਂ ਆਖਦੇ ਹਾਂ, ਧਰਮ ਪੈਦਾ ਬਾਅਦ ਵਿੱਚ ਹੋਇਆ। ਪਹਿਲਾਂ ਦਇਆ ਪੈਦਾ ਹੋਈ। ਗੁਰੂ ਗੋਬਿੰਦ ਸਿੰਘ ਜੀ ਦਇਆ ਪੈਦਾ ਹੋਈ ਤੇ ਪੰਜ ਸਿੱਖਾਂ ਨੂੰ ਸਿੰਘ ਬਣਾ ਕੇ ਪੰਜ ਪਿਆਰੇ ਬਣਾਏ ਤੇ ਦਇਆ ਚੋਂ ਭਾਈ ਧਰਮ ਸਿੰਘ ਪ੍ਰਗਟ ਹੋਏ। ਦਇਆ ਸਿੰਘ ਜਿੱਥੇ ਧਰਮ ਦੇ ਅਰਥ ਕਾਨੂੰਨ ਨੇ, ਹੁਕਮ ਨੇ, ਸੱਚ ਨੇ, ਜਿਵੇਂ ਕਈ ਅੱਖਰਾਂ ਦੇ ਆਪਾਂ ਅਰਥ ਕਰਦੇ ਹਾਂ ਨਾ ਵੀ ਇੱਕੋ ਜਿਹੇ ਨਹੀਂ ਹੁੰਦੇ, ਉਵੇਂ ਧਰਮ ਦੇ ਅਰਥ ਵੀ ਇੱਕ ਨਹੀਂ ਹੈਗੇ, ਕਈ ਰੂਪ 'ਚ ਧਰਮ ਲਿਖਿਆ ਹੈ। ਅਸੀਂ ਤਾਂ ਧਰਮ ਵਾਸਤੇ ਇੱਕ ਖਾਸ ਲੋਕਾਂ ਦੀ ਮੈਜੋਰਟੀ ਜਾਂ ਖਾਸ ਲੋਕਾਂ ਦਾ ਇੱਕ ਗਰੁੱਪ, ਅਸੀਂ ਉਹਨੂੰ ਕਹਿੰਦੇ ਵੀ ਨਾ ਧਰਮ ਹੈ। ਬਸ ਧਰਮ ਕੀ ਹੈ ਇਹ ਤਾਂ ਕੋਈ ਮਤਲਬ ਨਹੀਂ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਧੌਲ ਧਰਮ ਹੈ, ਧਰਮ ਹੀ ਧੌਲ ਹੈ। ਅਸੀਂ ਰਾਤ ਜਿਹੜਾ ਜ਼ਿਕਰ ਕਰਦੇ ਸੀਗੇ, ਕਿਉਂਕਿ ਇਹ ਮੰਨਿਆ ਜਾਂਦਾ ਸੀਗਾ ਵੀ ਉਸ ਰੱਬ ਨੇ ਜੀ ਧਰਤੀ ਥੱਲੇ ਕੁੱਤਾ ਜਿਹੜਾ ਹੈ ਧੌਲਾ ਬਲਦ ਲਾਇਆ। ਧੌਲ ਉਹਦਾ ਰੰਗ ਸੀ, ਧੌਲਾ ਬਲਦ। ਕਿਸੇ ਚੀਜ਼ ਦਾ ਨਾਂ ਕਾਲਾ ਪੈ ਗਿਆ, ਕਿਸੇ ਦਾ ਪੀਲਾ ਪੈ ਗਿਆ, ਧੌਲਾ ਪਿਆ ਸੀ। ਧੌਲਾ ਸਮਝਦੇ ਕਿਹਨੂੰ ਕਹਿੰਦੇ ਨੇ? ਉਹਦਾ ਪਤਾ ਹੀ ਹੋਣਾ ਤੁਹਾਨੂੰ, ਸਿਆਣੇ ਸਾਰੇ। ਰੰਗ ਆ ਸਿੱਧਾ ਸ਼ਬਦ ਹੈ ਕਿ ਹੁਣ ਤਾਂ ਤੇਰੇ ਧੌਲੇ ਆ ਗਏ। ਇਹ ਧੌਲੇ ਦਾ ਮਤਲਬ ਕੀ ਹੈ? ਚਿੱਟਾ, ਧੌਲਾ ਬਲਦ। ਇਹ ਸੱਚ ਧਰਮ ਹੈ, ਸੱਚ ਧਰਮ ਹੈ। ਸੱਚ ਚਿੱਟਾ ਹੁੰਦਾ ਹੈ। ਇਹ ਜੇ ਇਹ ਆਪਾਂ ਕਹਾਂਗੇ ਵੀ ਇਹ ਤਾਂ ਲਿਖਿਆ ਸੀ, ਲੋਕਾਂ ਨੇ ਕਿਹਾ ਸੀ ਵੀ ਇਹ ਧਰਤੀ ਜਿਹੜੀ ਹੈ ਧੌਲੇ ਬਲਦ ਨੇ ਚੱਕੀ ਹੋਈ ਹੈ। ਅਸੀਂ ਵੀ ਸੁਣਦੇ ਆਏ ਹਾਂ। ਫਿਰ ਧੌਲਾ ਬਲਦ ਕਿਤੇ ਖੜਾ, ਕੱਛੂ ਕੁੰਮੇ 'ਤੇ ਖੜਾ। ਕੱਛੂ ਕੁੰਮਾ ਤਾਂ ਕਿਤੇ ਹੋਏਗਾ ਹੀ। ਬਾਬੇ ਨੇ ਇਸ ਸਿਧਾਂਤ ਨੂੰ ਸਮਝਾਉਣ ਲਈ ਸੀ। ਅਸਲ ਵਿੱਚ ਭਾਈ ਕੀ ਹੈ? ਧੌਲਾ ਧਰਮ ਹੈ। ਧਰਮ ਕੀ ਹੈ ਇਹ ਆਪਾਂ ਰਾਤ ਵੀ ਜ਼ਿਕਰ ਕੀਤਾ ਸੀ। ਸਗਲ ਧਰਮ ਮੈਂ ਸ੍ਰੇਸ਼ਟ ਧਰਮ ਕਿਹੜਾ? ਹਰ ਕੋ ਨਾਮ ਜਪ ਨਿਰਮਲ ਕਰ। ਬਾਣੀ ਨੂੰ ਬਾਣੀ ਨਾਲ ਖੋਲ੍ਹੋ, ਕਿਸੇ ਦੇ ਅਰਥ ਦੀ ਲੋੜ ਨਹੀਂ ਰਹਿ ਜਾਂਦੀ। ਬਾਣੀ ਉੱਥੇ ਕੀ ਕਹਿੰਦੀ? ਤੁਸੀਂ ਯਕੀਨ ਕਰੋ, ਜਦੋਂ ਤੁਸੀਂ ਬਾਣੀ ਨੂੰ ਐਵੇਂ ਪੜ੍ਹੋਗੇ ਨਾ, ਤੁਹਾਨੂੰ ਐਵੇਂ ਲੱਗਿਆ ਕਰੂ ਵੀ ਤੁਸੀਂ ਮਤਲਬ ਸ਼ੁਰੂਆਤ 'ਚ ਕੋਈ ਸ਼ਬਦ ਪੜ੍ਹਿਆ, ਤੁਹਾਨੂੰ ਸਮਝ ਨਹੀਂ ਲੱਗਿਆ, ਲਾਸਟ 'ਤੇ ਜਾ ਕੇ ਤੁਸੀਂ ਇੱਕ ਪੰਕਤੀ ਪੜ੍ਹੀ, ਤੁਸੀਂ ਕਹੋ ਹਾਂ ਇਹ ਉਸ ਚੀਜ਼ ਦਾ ਅਰਥ ਹੈ। ਕੁਝ ਦਿਨ ਪਹਿਲਾਂ ਅਸੀਂ ਸਹਿਜ ਪਾਠ ਕੁਛ ਕੀਤਾ ਸੀ, ਉਹਦੇ ਵਿੱਚ ਇੱਕ ਸ਼ਬਦ ਆਇਆ ਅਤੇ ਅਕਸਰ ਹੀ ਪੜ੍ਹਦੇ ਰਹਿੰਦੇ ਸੀ ਅਸੀਂ। ਭਗਤ ਧੰਨਾ ਜੀ ਦਾ ਗੋਪਾਲ ਤੇਰਾ ਆਰਤਾ, ਜੋ ਜਨ ਤੁਮਰੀ ਭਗਤ ਕਰਨ ਤੇ ਤਿੰਨ ਕੇ ਕਾਜ ਸਵਾਰਤਾ। ਦਾਲ ਸਿੱਧਾ ਮੰਗੋ ਘੀਓ। ਹੁਣ ਅਰਥ ਕੀ ਕਰੇ ਜੀ? ਦਾਲ ਮੰਗ ਲਈ, ਸਿੱਧਾ ਮੰਗ ਲਿਆ, ਘਿਓ ਮੰਗ ਲਿਆ। ਜੇ ਪੈਸੇ ਆਪਾਂ ਇਹ ਕਹੀਏ, ਭਗਤ ਧੰਨਾ ਜੀ ਤਾਂ ਇੱਕ ਜ਼ਿਮੀਂਦਾਰ ਸਨ। ਜ਼ਿਮੀਂਦਾਰਾਂ ਦੀ ਚੀਜ਼ਾਂ ਤਾਂ ਆਮ ਘਰ ਹੁੰਦੇ ਨੇ। ਪਸ਼ੂ ਰੱਖਿਆ ਹੋਇਆ ਘਰੇ, ਉਹਨਾਂ ਦੇ ਘਰੇ ਤਾਂ ਮੱਝਾਂ ਰੱਖੀਆਂ ਸੀ, ਗਾਈਆਂ ਰੱਖੀਆਂ ਸੀ। ਜਿਹਦੇ ਗਾਈਆਂ ਨੇ ਉਹਦੇ ਦੁੱਧ ਹੋਊਗਾ, ਜਿਹਦੇ ਦੁੱਧ ਹੈਗਾ ਉਹਦਾ ਘਿਓ ਹੋਊਗਾ। ਅਤੇ ਜਿਹੜਾ ਜ਼ਿਮੀਂਦਾਰੀ ਕਰਦਾ ਉਹਨੂੰ ਦਾਲ ਮੰਗਣ, ਦਾਲ ਤਾਂ ਬੀਜਦੇ ਸੀ। ਆਟਾ ਮੰਗਣ ਦੀ, ਚੂਨਾ ਮੰਗਣ ਦੀ ਲੋੜ ਹੀ ਨਹੀਂ, ਆਟਾ ਤਾਂ ਉਹਦੇ ਘਰੇ ਹੋਣਾ। ਫਿਰ ਇਹ ਕਿਉਂ ਮੰਗਿਆ? ਕੀ ਭਗਤਾਂ ਨੇ ਆਟੇ ਦਾਲਾਂ ਹੀ ਮੰਗੀਆਂ? ਐਡੀ ਬ੍ਰਹਮ ਗਿਆਨ ਦੀ ਬਾਣੀ ਹੈ ਅਤੇ ਉਹ ਕਿਉਂ? ਫਿਰ ਉਹ ਕੁਝ ਦਿਨ ਮੈਂ ਪਹਿਲਾਂ ਅਸੀਂ ਪਾਠ ਕਰ ਰਹੇ ਸੀ, ਪਿੱਛੇ ਇੱਕ ਸ਼ਬਦ ਆਇਆ, ਮੈਂ ਉਹਨੂੰ ਵਿਚਾਰਾਂਗਾ, ਫਿਰ ਪੜ੍ਹ ਕੇ ਫਿਰ ਕਦੇ ਆਪ ਸਮਕਸ਼ ਰੱਖਾਂਗਾ। ਅੱਜ ਆਪਾਂ ਇਹਦੀ ਗੱਲ ਕਰਨੀ ਆ। ਉਹਦੇ 'ਚ ਦੱਸਿਆ ਵੀ
ਦਾਲ ਕਿਹੜੀ ਹੈ, ਸਿੱਧਾ ਕਿਹੜਾ ਹੈ, ਸੱਤ ਦਾ, ਸੰਤੋਖ ਦਾ, ਦਇਆ ਦਾ, ਧਰਮ ਦਾ, ਉਹਦੇ 'ਚ ਦੱਸੇ ਹੋਏ ਨੇ। ਇਹ ਮੰਗੇ ਹੋਏ ਨੇ, ਉਹਨਾਂ ਦੇ ਨਾਂ ਲਿਖੇ ਹੋਏ ਨੇ। ਜੇ ਜਿਹੜੀਆਂ ਚੀਜ਼ਾਂ ਨੂੰ ਉੱਤੇ ਨਾਲ ਮਿਕਸ ਕੀਤਾ, ਮੰਗਿਆ ਹੈ, ਉਹਨਾਂ ਦੇ ਨਾਲ ਦੱਸੇ ਹੋਏ ਨੇ ਵੀ ਆਹ ਦਇਆ ਹੈ, ਦਇਆ ਕਰਪਾਤੀ। ਧਾਨ ਕਿਹੜਾ ਹੈ, ਧਾਨ, ਉਹਦਾ ਨਾਂ ਦੱਸਿਆ। ਜਿਉਂ ਬਾਣੀ ਨੂੰ ਮਹਾਰਾਜ ਨੇ ਸਮਝਾਉਣ ਵਾਸਤੇ ਨਾ, ਜਿਹੜਾ ਬੰਦਾ ਜਿਵੇਂ ਕੰਮ ਕਰਦਾ, ਜਿਵੇਂ ਅੱਜ ਦਾ ਹੁਕਮਨਾਮਾ ਸਵੇਰ ਦਾ ਆਇਆ ਸੀ, ਮਨ ਹਾਲੀ ਕਿਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ ਆ। ਤੁਸੀਂ ਪੜ੍ਹ ਕੇ ਆਏ ਹੋ, ਬਹੁਤਿਆਂ ਨਹੀਂ ਜਾਂਦੇ ਪੜ੍ਹਨਾ। ਹੁਣ ਗੱਲ ਤਾਂ ਕਿਰਸਾਨ ਦੀ ਹੈ ਵੀ ਕਿਰਸਾਨ ਭਾਈ ਹਾਲੀ ਕਰਦਾ ਹੈ, ਪਰ ਇੱਥੇ ਬਾਬੇ ਨੇ ਸਮਝਾਇਆ ਵੀ ਤੈਨੂੰ ਮੈਂ ਗਿਆਨ ਦੱਸਦਾ। ਇੱਕ ਕਿਰਸਾਨ ਦੀ ਗੱਲ ਤੋਂ ਹੀ ਗਿਆਨ ਦਿੱਤਾ ਵੀ ਮਨ ਹਾਲੀ ਹੈ। ਸਾਡਾ ਮਨ ਕੀ ਹੈ, ਹਾਲੀ ਹੈ। ਹਾਲੀ ਕੌਣ ਹੁੰਦਾ, ਖੇਤ ਕੰਮ ਕਰਨ ਵਾਲਾ ਹਾਲੀ, ਹਲ ਚਲਾਉਣ ਵਾਲਾ ਹਾਲੀ। ਕਿਰਸਾਨੀ ਉਹਦਾ ਕੰਮ ਹੈ, ਧੰਦਾ। ਕਿਰਸਾਨੀ ਕਰਦੇ ਨੇ, ਖੇਤੀ ਕਰਦੇ ਨੇ। ਕਿੱਥੇ ਖੇਤੀ ਹੁੰਦੀ ਹੈ, ਆ ਖੇਤ 'ਤੇ। ਖੇਤ ਕਿਹੜਾ ਹੈ, ਸਾਡਾ ਸਰੀਰ, ਤਨ ਖੇਤ। ਮਨ ਹਾਲੀ ਕਿਰਸਾਣੀ ਕਰਨੀ ਸ਼ਰਮ ਪਾਣੀ। ਇਹਨੂੰ ਪਾਣੀ ਕਾਹਦਾ ਲਾਉਣਾ, ਮਿਹਨਤ ਦਾ ਪਾਣੀ ਲੱਗਦਾ। ਤਨ ਰੂਪੀ ਖੇਤ ਹੈ, ਇਸ ਖੇਤ ਵਿੱਚ ਮਨ ਹਾਲੀ ਜਿਹੜਾ ਕੁਝ ਬੀਜੇਗਾ ਉਹਨੂੰ ਫਿਰ ਰੋਜ਼ ਮਿਹਨਤ ਦਾ ਫਲ ਪਾਣੀ ਲਾਈ ਜਾਏ। ਬੀਜਣਾ ਕੀ ਹੈ, ਤੁਹਾਡੀ ਮਰਜ਼ੀ ਹੈ। ਬੰਦਾ ਕੋਈ ਕ੍ਰੋਧ ਬੀਜਿਆ ਹੋਇਆ, ਉਹਨੂੰ ਰੋਜ਼ ਨੂੰ ਉਸੇ ਗੱਲ ਨੂੰ ਯਾਦ ਕਰ ਕਰਕੇ ਦੁਖੀ ਹੋਈ ਜਾਂਦਾ, ਉਹ ਪਾਣੀ ਦੇਈ ਜਾਂਦਾ ਉਹਨੂੰ। ਰੋਜ਼ ਰੋਜ਼ ਪਾਣੀ ਤੋਂ ਬੂਟਾ ਵਧੀ ਜਾਂਦਾ। ਬਾਬਾ ਜੀ ਕਹਿੰਦੇ ਇਸ ਤਨ ਦੇ ਵਿੱਚ, ਖੇਤ ਦੇ ਵਿੱਚ ਬੀਜ ਬੀਜਣਾ, ਪਰ ਕਾਹਦਾ, ਨਾਮ ਬੀਜ। ਕੀ ਬੀਜਣਾ, ਨਾਮ। ਸੰਤੋਖ ਰੱਖ, ਸੰਤੋਖ ਦਾ ਸੁਹਾਗਾ। ਹੁਣ ਸੁਹਾਗਾ ਤਾਂ ਲੱਕੜ ਦਾ ਹੁੰਦਾ, ਸੰਤੋਖ ਦਾ ਥੋੜ੍ਹੀ ਹੁੰਦਾ। ਪਰ ਇਹ ਤਾਂ ਸਮਝਾਇਆ ਨਾ। ਉਸ ਇੱਕ ਕਿਰਸਾਨੀ ਕਰਨ ਵਾਲੇ ਬੰਦੇ ਨੂੰ ਵੀ ਗੁਰਮਤਿ ਦੀ ਸੋਝੀ ਪੈ ਜਾਏ। ਇੱਕ ਦੁਕਾਨਦਾਰੀ ਕਰਨ ਵਾਲੇ ਨੂੰ ਵੀ ਉਹਦੀ ਸੋਝੀ ਪੈ ਜਾਏ। ਅਗਲਾ ਸ਼ਬਦ ਇਹਦੇ 'ਚ ਹੀ ਆ, ਹਾਣ ਹੱਟ ਕਰ ਆਰਜਾ, ਉਹਦਾ ਵੀ ਕੀਤਾ। ਫਿਰ ਉਹਦੇ ਘੋੜੇ ਲੈ ਕੇ ਸੌਦਾਗਰੀ ਕਰਨੀ ਹੈ, ਸੌਦਾਗਰੀ ਦੀ ਗੱਲ ਕਰਦੇ ਨੇ। ਤੀਜਾ ਚਾਕਰੀ ਕਰਨੀ ਹੈ, ਚਾਕਰੀ ਦੀ ਗੱਲ। ਚਾਰੇ ਤਰ੍ਹਾਂ ਦਾ ਦੁਨੀਆ ਚੱਲਦੀ ਹੈ, ਕੰਮ ਹੀ ਕਰਦੇ। ਕੋਈ ਚਾਕਰ ਹੈਗਾ, ਕੋਈ ਬਿਜ਼ਨਸ ਕਰਦਾ, ਕੋਈ ਸੌਦਾਗਰੀ ਕਰਦਾ ਹੈ, ਕੋਈ ਖੇਤੀ ਕਰਦਾ ਹੈ। ਹੁਣ ਉੱਥੇ ਗੁਰੂ ਨੇ ਹਰੇਕ ਨੂੰ ਸਮਝਾਉਣ ਲਈ ਉਹਦੀ ਭਾਸ਼ਾ 'ਚ ਸਮਝਾਇਆ। ਮੈਂ ਤਾਂ ਹੈਰਾਨ ਹੁੰਦਾ ਕਈ ਵਾਰੀ ਧੰਦਿਆਂ 'ਤੇ। ਇੱਕ ਵਾਰੀ ਮੈਂ ਕਾਫੀ ਲਿਖਿਆ ਵੀ ਬਾਣੀ ਦੇ ਵਿੱਚ ਹਰੇਕ ਧੰਦੇ ਦਾ ਜ਼ਿਕਰ ਕੀਤਾ, ਉਹਨੂੰ ਪਰ ਰੰਗ ਦਿੱਤਾ ਹੈ। ਕੁਝ ਸ਼ਬਦ ਪੜ੍ਹਦੇ ਹਾਂ, ਰਾਂਗਨ ਰਾਂਗੋ, ਸੀਵਨ ਸੀਵੋ, ਰਾਮ ਨਾਮ ਬਿਨ ਘਰੀ ਨਾ ਜੀਵੋ, ਸੋਇਨੇ ਕੀ ਸੂਈ, ਰੂਪੇ ਕਾ ਤਾਗਾ, ਨਾਮੇ ਕਾ ਚਿੱਤ, ਹਰਸਿਓ ਲਾਗਾ। ਕਿਹੜੀ ਸੋਇਨੇ ਦੀ ਸੂਈ ਹੈ, ਸੋਨੇ ਦੀ ਸੂਈ ਕਿੱਥੇ ਹੈ? ਰੂਪੇ ਦਾ ਤਾਗਾ, ਚਾਂਦੀ ਦਾ ਤਾਗਾ ਕਿੱਥੇ ਹੁੰਦਾ? ਉਹਦੇ ਅਰਥ ਕੁਝ ਹੋਰ ਨੇ। ਬਾਣੀ ਨੇ ਸਮਝਾਉਣ ਵਾਸਤੇ ਸਾਨੂੰ ਬਹੁਤ ਨੇੜੇ ਲੈ ਕੇ। ਮੈਂ ਫਿਰ ਬੇਨਤੀ ਕਰਦਾ ਸੀ ਵੀ ਬਾਣੀ ਨੂੰ ਬਾਣੀ ਨਾਲ ਖੋਲ੍ਹੋ, ਫਿਰ ਬੜੀ ਸੌਖੀ ਹੁੰਦੀ ਆ। ਕਿਸੇ ਤੋਂ ਅਰਥ ਜਦੋਂ ਤੁਸੀਂ ਪੜ੍ਹੋਗੇ, ਅਰਥ ਕੋਈ ਕਿਵੇਂ ਲਿਖ ਦਿੰਦਾ, ਕੋਈ। ਮੈਂ ਦੇਖ ਰਿਹਾ ਸੀਗਾ ਬਹੁਤੇ ਭਾਈ ਵੀਰ ਸਿੰਘ ਨੇ ਕਈਆਂ 'ਤੇ ਨਾਲ ਕਮੈਂਟ ਕਰਕੇ ਲਿਖੇ ਹੋਏ ਨੇ ਵੀ ਆਹ ਫਲਾਣਿਆਂ ਨੇ ਲਿਖਿਆ, ਆਹ ਫਲਾਣਿਆਂ ਨੇ ਲਿਖਿਆ, ਆਪਣੇ ਆਪਣੇ ਢੰਗ ਨਾਲ। ਪਰ ਜਦੋਂ ਉਹਦੀ ਜਿੰਨੀ ਕਿਸੇ ਦੀ ਗਹਿਰਾਈ ਹੈ, ਮੈਂ ਪਹਿਲਾਂ ਬੇਨਤੀ ਕੀਤੀ ਸੀ, ਮੰਨਣ ਵਾਲੇ ਬੰਦੇ ਦੀ ਗਹਿਰਾਈ ਤੁਸੀਂ ਨਹੀਂ ਨਾਪ ਸਕਦੇ ਵੀ ਕਿੰਨਾ ਕੁ ਮੰਨਿਆ, ਕਿੰਨਾ ਕੁ ਮੰਨਦਾ, ਕੌਣ ਕਿੰਨਾ ਕੁ। ਹੁਣ ਜਪਜੀ ਸਾਹਿਬ ਨੂੰ ਤੁਸੀਂ ਕਿੰਨਾ ਕੁ ਮੰਨਦੇ ਹੋ, ਮੈਂ ਕੀ ਦੱਸਾਂ। ਤੁਸੀਂ ਕਿੰਨਾ ਕੁ ਸੁਣਦੇ ਹੋ, ਮੈਂ ਦੱਸ ਸਕਦਾ। ਇੱਥੇ ਰੋਜ਼ ਸੁਣਦੇ ਹੋ, ਘਰੇ ਸੁਣਦੇ ਹੋ, ਕਿਤੇ ਸੁਣੇ, ਇਸ ਦੱਸ ਸਕਦਾ। ਸੁਣਨ ਦੀ ਅਵਸਥਾ ਆਪਾਂ ਦੇਖੀ ਸੀ। ਮੰਨਿਆ ਹੋਇਆਂ ਦੀ ਗੱਲ ਹੈ, ਉਹਨਾਂ ਦੀ ਗੱਤ ਕਹੀ ਨਾ ਜਾਏ। ਮੰਨੇ ਕੀ ਗੱਤ ਨਹੀਂ ਦੱਸੀ ਜਾ ਸਕਦੀ, ਮੰਨਣ ਵਾਲਿਆਂ ਦੀ ਅਵਸਥਾ। ਫਿਰ ਗੁਰੂ ਪਾਤਸ਼ਾਹ ਕਹਿੰਦੇ, ਇਸ ਕਰਕੇ ਕਹਿੰਦੇ ਧੌਲ ਧਰਮ ਆ ਭਾਈ, ਕਿਸੇ ਭੁਲੇਖੇ 'ਚ ਨਾ ਪਿਓ। ਧਰਮ ਹੈ, ਸ੍ਰਿਸ਼ਟੀ ਧਰਮ ਦੇ ਆਧਾਰ 'ਤੇ ਚੱਲਦੀ ਹੈ। ਇਹ ਦੋ ਵਾਰੀ ਸ਼ਬਦ ਹੈ, ਪਿੱਛੋਂ ਵੀ ਆਪਾਂ ਪੜ੍ਹਾਂਗੇ। ਰਾਤੀ ਰੁੱਤੀ, ਥਿੱਤੀ ਵਾਰ, ਪਵਨ ਪਾਣੀ, ਅਗਨੀ ਪਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਇਹ ਤਾਂ ਧਰਮਸਾਲ ਹੈ, ਧਰਤੀ ਤਾਂ ਧਰਮਸਾਲ ਹੈ। ਧਰਮਸਾਲ ਕਿਹੜੀ ਹੁੰਦੀ ਆ? ਜਿਹੜਾ ਧਰਮਸ਼ਾਲਾ ਬਣਾਈਆਂ ਵੀ ਨੇ ਆਪਣੀਆਂ। ਇਹ ਧਰਮਸ਼ਾਲਾ 'ਚ ਕੀ ਹੁੰਦਾ? ਧਰਮਸ਼ਾਲਾ 'ਚ ਕੀ ਹੁੰਦਾ? ਜੇ ਕੋਈ ਬਰਾਤ ਆ ਗਈ, ਉਹਨੇ ਦਿਨੇ ਦਿਨੇ ਰਹਿਣਾ, ਸ਼ਾਮ ਨੂੰ ਚਲੇ ਜਾਣਾ। ਕੋਈ ਅੱਗੇ ਰਾਹੀਗੀਰੇ ਆਉਂਦੇ ਸੀ, ਉੱਥੇ ਰੁਕੇ। ਉਹਦਾ ਮਤਲਬ ਕੀ ਹੁੰਦਾ? ਧਰਮਸ਼ਾਲ ਹੁੰਦੀ ਸੀ ਜਿੱਥੇ ਬੈਠ ਕੇ ਰੱਬ ਦੀ ਗੱਲ ਹੁੰਦੀ, ਸਾਂਝੀ ਥਾਂ ਹੁੰਦੀ ਸੀ।
ਇਹ ਵੀ ਸਾਂਝੀ ਥਾਂ ਬਣਾਈ ਸੀ, ਇਹਦੇ 'ਤੇ ਵੀ ਲੋਕਾਂ ਨੇ ਵੱਟਾਂ ਬਣਾ ਲਈਆਂ, ਇਹਦੇ 'ਤੇ ਵੀ ਬਾਰਡਰ ਬਣਾ ਲਏ, ਧਰਤੀ 'ਤੇ ਵੀ ਇਹੀ ਹੋਇਆ ਨਾ। ਗੁਰੂ ਨਾਨਕ ਸਾਹਿਬ ਕਹਿੰਦੇ ਧਰਮਸਾਲ ਸੀਗੀ, ਧਰਮ ਕਮਾਇਆ ਜਾਂਦਾ ਸੀ। ਧਰਮ ਕੀ ਸੀ? ਇੱਥੇ ਹੀ ਸੀ। ਇਸ ਧਰਤੀ ਨੂੰ ਸਾਂਭਣ ਲਈ ਧਰਮ ਦੀ ਸਪੋਰਟ ਹੈ, ਕਿਸੇ ਹੋਰ ਬਲਦ ਦੇ ਸਿੰਘ ਨਹੀਂ ਲੱਗੇ ਹੋਏ। ਫਿਰ ਤਾਂ ਬੜਾ ਬਲਦ ਵਿਚਾਰਾ ਔਖਾ ਹੋਊਗਾ, ਕਿਹੜੇ ਕਿਹੜੇ ਖੜੂਗਾ, ਸ੍ਰੀਲੰਕਾ ਲੱਗ ਹੀ ਰਹਿੰਦਾ, ਉਹਦੇ ਥੱਲੇ ਸਿੰਘਾਂ ਲਾਊਗਾ ਜਾਂ ਕਿਸੇ ਹੋਰ ਥੱਲੇ ਲਾਏਗਾ। ਧਰਮ 'ਤੇ ਖੜੀ ਹੈ ਧਰਤੀ। ਤਾਂ ਗੁਰੂ ਪਾਤਸ਼ਾਹ ਕਹਿੰਦੇ ਧੌਲ ਧਰਮ, ਪਰ ਇਹ ਕਿੱਥੋਂ ਪੈਦਾ ਹੁੰਦਾ? ਦਇਆ ਕਾ ਪੂਰ ਹੈ, ਦਇਆ 'ਚੋਂ ਪੈਦਾ ਹੁੰਦਾ ਹੈ। ਦੇਖੋ ਹੁਣ ਸਮਝੋ, ਜਿੰਨਾ ਵੀ ਬੰਦੇ, ਜਿਸ ਬੰਦੇ ਨੇ ਧਰਮ ਕਮਾਉਣਾ ਉਹਦੇ ਅੰਦਰ ਦਇਆ ਚਾਹੀਦੀ ਹੈ। ਆ ਝੰਡੇ ਲੈ ਕੇ ਧਰਮ ਨਹੀਂ ਕਮਾਇਆ ਜਾਂਦਾ। ਆਹ ਕਰ ਦਿਆਂਗੇ, ਉਹ ਆਹ ਕਰਦੇ, ਧਰਮ ਦੀ ਗੱਲ ਥੋੜ੍ਹੀ ਹੈ। ਧਰਮ ਤਾਂ ਦਇਆ ਸਿਖਾ ਰਿਹਾ ਜਾਂ ਪ੍ਰੇਮ ਸਿਖਾ ਰਿਹਾ। ਅਸੀਂ ਝੰਡੇ ਲੈ ਕੇ ਕਿੱਥੋਂ ਧਰਮ ਕਮਾਵਾਂਗੇ? ਇਹ ਤਾਂ ਲੋਕਾਂ ਨੂੰ ਗੁੰਮਰਾਹ ਕਰਨ ਵਾਲੀਆਂ ਗੱਲਾਂ ਹੁੰਦੀਆਂ ਨੇ। ਧਰਮ ਕਿੱਥੇ ਸਿਖਾਉਂਦਾ ਲੜਨਾ ਕਿਸੇ ਨਾਲ, ਕਿਸੇ ਨਾਲ ਵੈਰ ਰੱਖਣਾ। ਆਪਾਂ ਬੜਾ ਕਿ ਮਜ਼ਹਬ ਹੈ ਨਹੀਂ ਸਿਖਾਤਾ किसी से बैर रखना, पर तो किते भी नहीं सीगा। ये नुकते समझण वाली गल सी। ਜਿਹੜਾ जिस धर्म की गल हलीमी राज की गल करते हैं, जी हलीमी राज है वो तो साडा होया पिया गा। तुसीं किहड़े मर्जी मुल्क च बाजो तो खालसे का झंडा चढ़िया होया, तुसीं किसी मुल्क च वग जाओ, 150-100 फुट, 100 फुट के निशान सब चढ़े हुए हैं। तुहानूं कदे इंडिया का झंडा नहीं इस तरह दिसेगा, मुल्क का झंडा नहीं दिसेगा, साडा दिसेगा। ये राज सी, ये यही हो जाना। अज दुनिया दे विच खालसा एड वाले किवें दस दिता दुनिया नूं भी खालसा कौन हुंदा गा, खालसा एड वाले कौन ने, सिख नानक कौन है, दुनिया नूं पता लग गया। एवें ही पता लगना, गुणां नाल प्रगट होना खालसे ने, तो दुनिया अपने आप ही इस रस्ते ते आई जाएगी, समा आएगा। पर जिहड़ा आपां कहने जिस धर्म की असीं गल करदे हां वो उवें धर्म नहीं। धौल धर्म दया का पुत्र है, ये दया चों प्रगट होता है, ये धर्म सिखाउंदा है, दया है। वो होर नहीं हैगा भी आपां कहने मैं रात भी कर सिर्फ दया बंदा ये थोड़ी देख के करदा, ना ना ना। वो कहंदे जान को देता है जमान, जान को देता है अजान को देता है, जमीन को देता है जमान को दे है। दीन दयाल दयापत दोखन देखता है पर देत ना पारे, वो सब दे दोख देखता है। देखो आ है संतोखी बंदे की गल जी मैं रात कह रहा सी कि वो किसी दे दोख देख लेंदा है, औगण वेख लेंदा, पर देन लग्या हारदा नहीं। किहनूं दिंदा है? जान को देता है, आ जान को देता है। मान लो भी तुसीं कोई चीज़ देने किसी नूं, आपां कहंदे जानदा जी मैनूं कोई गल नहीं दे दो, वो तो नहीं देखता मैनूं, तो जानदा है, कोई नहीं जानदा। अच्छा रब नूं बथेरे ने कहंदे रब नूं भी टिच्ची जानते हैं, मतलब वो कुछ जानते समझते नहीं। ਉਹਦਾ मतलब कि रब तो फिर उन्होंने भी दिंदा ही है ना। जान ਜਿਹੜੇ रब ਵੱਲ ਤੁਰੇ ਹੋਏ ਨੇ, ਜਿਹੜੇ ਉਹਨੂੰ ਜਾਣਦੇ ਨੇ ਉਹਨਾਂ ਨੂੰ ਵੀ ਦਿੰਦਾ ਹੈ। ਜਿਹੜਾ ਰੱਬ ਦੀ ਨਜ਼ਰ ਦੇ ਵਿੱਚ ਜਾਂ ਰੱਬ ਨੂੰ ਜਾਣਦਾ ਹੀ ਕੁਝ ਨਹੀਂ, ਰੱਬ ਉਹਨੂੰ ਵੀ ਦਿੰਦਾ ਹੈ। ਇਹ ਹੈ ਦਇਆ। ਜਾਨ ਕੋ ਦੇਤਾ ਹੈ ਅਜਾਨ ਕੋ ਦੇਤਾ ਹੈ, ਜਿਹੜਾ ਅਣਜਾਣ ਆ ਉਹਨੂੰ ਵੀ ਦਿੰਦਾ ਹੈ, ਇਹ ਉਹਦੀ ਦਇਆ। ਫਿਰ ਕਿਹਾ ਹੈ ਜ਼ਮੀਨ ਕੋ ਦੇਤਾ ਹੈ ਜਮਾਨ ਕੋ ਦੇਤਾ ਹੈ, ਜਿਹੜਾ ਅਸਮਾਨ ਹੈ ਸਭ ਨੂੰ ਦਿੰਦਾ, ਕਿਤੇ ਮਰਜੀ ਬੈਠਾ ਹੋਵੇ, ਇਹੀ ਤਾਂ ਉਹਦੀ ਹੈ। ਦੀਨ दयाल दयानित, दया करन दा मतलब भी आ है। दोखन देखत है, लोगों के वो दोख देखता है, दोष देखता है, पर देतना रे थोड़ी कहता भी नहीं नहीं मैं देना नहीं, नहीं ਇਹਨੂੰ ਕਹਿੰਦੇ ਨੇ ਦਇਆ। मैं रात कह रहा ਸੀ ना भी ਤੁਸੀਂ ਕਿਸੇ ਨੂੰ ਦੇ ਦਿਓ ਇੱਕ ਵਾਰੀ ਲੈ, ਇਹਨੂੰ ਕੀ ਦਈਏ ਜੀ, ਸ਼ਰਾਬੀ ਬੰਦਾ ਰਾਤ ਨੂੰ ਸ਼ਰਾਬ ਹੀ ਪੀਣੀ ਇਹਨਾਂ ਨੇ। ਅਸੀਂ 10 ਰੁਪਏ ਦੇਣੇ ਹੁੰਦੇ ਨੇ, ਉਹ 10 ਗੱਲਾਂ ਸੋਚਦੇ ਆ ਪਹਿਲਾਂ ਮਨ 'ਚ, फिर देने। दया नहीं हैगी, एहसान हो सकता है, दान हो सकता, पर दया नहीं। दया जाने जी की किछ पुण्य दान करे, दया जान के काम करना कुछ होर है। वो पुण्य दान करना ठीक है जी, मैं दानी है बड़ा दे देता है, नहीं नहीं। साहिब पातशाह कहते ये है धौल धर्म दया का पूर। अगर धर्म नूं कमाउणा है तो की चाहिए साडे कोले? दया चाहिए है बस।
दया का अर्थ आ है, ਐਵੇਂ नहीं। फिर दया ਤਾਂ ਹੋਏਗੀ जी जे बंदे ਕੋਲੇ ਕੀ ਹੋਏਗਾ, संतोख थाप रखिया जिन सूत। ये सूत्र है, रब का सूत्र की है, संतोख है। ਉਹਦੇ बदले कुछ नहीं चाहिए, ਇਹ चीज़ कुछ नहीं चाहिए। तुसी देखो रब सब कुछ दिंदा है, कहते जी वो नहीं नाम जपो ना जपो, मत्था टेकण आउने ना आओ, उन्होंने कोई फर्क नहीं है। वड्डा ना होत ना घटदा है, घट जांदा साडे कहते, ना वड्डा हुंदा ना घटदा। ये इस करके उहदी जिहड़ी दया है वो परमेश्वर दी उहने सूत्र विच बनाई है, वो संतोखी है। संतोखी वो हुंदा है, एक शब्द तुसीं होर भी कई बार सुनिया होएगा भी सखी दे संतोखी खाए, कई बार कहंदे ने। ਇਹਦਾ असल ਵਿੱਚ ਸੀਗਾ ਛਕਣ ਵਾਲੇ 'ਚ ਸੰਤੋਖ ਹੋਏ, ਸਤੀ ਜਾਂ ਸਖੀ ਦੇਣ ਵਾਲਾ ਹੈ, ਦੇਈ ਜਾਂਦਾ, ਦਿੰਦਾ ਦੇ, ਪਿੱਛੇ ਪੜ੍ਹ ਕੇ ਸੀ ਆਪਾਂ, ਦਿੰਦਾ ਦੇ, ਲੈਂਦੇ ਬੋਲੋ, ਲੈਂਦੇ ਤਾਂ ਉਹ ਤਾਂ ਨਹੀਂ ਥੱਕਿਆ, ਫਿਰ ਥੱਕੇ ਕੌਣ ਨੇ, ਲੈਣ ਵਾਲਾ। ਹੁਣ ਤਾਂ ਜੀ ਖਾਧੇ ਨਹੀਂ ਜਾਂਦੇ ਲੱਡੂ, ਕੀ ਕਰੀਏ, ਹੁਣ ਤਾਂ ਬਜ਼ੁਰਗ ਹੋ ਗਏ, ਸ਼ੂਗਰ ਹੋ ਗਈ, ਮਾਫੀ ਚਾਹਾਂਗਾ, ਥੱਕ ਗਏ ਨਾ, ਉਹਨੇ ਤਾਂ ਨਹੀਂ ਦੇਣ ਬੰਦ ਕੀਤਾ, ਦੇਈ ਜਾਂਦਾ। ਇਹਦਾ ਮਤਲਬ ਉਹ ਸੰਤੋਖੀ ਹੈ, ਅਸੀਂ ਮੁੜਾਂਗੇ ਜਦੋਂ ਮੁੜਾਂਗੇ। ਜਿੱਦੇ ਸਾਡੇ ਅੰਦਰ ਸੰਤੋਖ ਆ ਗਿਆ, ਸਾਡੀ ਡਿਮਾਂਡ, ਮਤਲਬ ਮੈਂ ਰਾਤ ਜਿਹੜੀ ਗੱਲ ਕਹਿ ਰਿਹਾ, ਸੰਤੋਖ ਦਾ ਮਤਲਬ ਹੀ ਇਹ ਹੁੰਦਾ, ਇੱਛਾ ਹੀ ਕੋਈ ਨਹੀਂ, ਬਸ ਸੰਤੋਖੀ ਉਹਨੂੰ ਕਹਿੰਦੇ ਨੇ। ਜੇ ਮੇਰੇ 'ਚ ਜਿੱਥੇ ਆ ਕੇ ਨਾ ਝਗੜਾ ਹੀ ਇੱਥੇ ਪ੍ਰਗਟ ਹੁੰਦਾ ਹੈ। ਸੰਤੋਖ ਦਾ ਸੂਤਰ ਇਹੀ ਹੈ, ਜਿੱਥੇ ਬੰਦੇ ਅੰਦਰ ਇੱਛਾ ਪ੍ਰਗਟ ਹੋ ਗਈ, ਉਹ ਸੰਤੋਖ ਤੋਂ ਟੁੱਟ ਜਾਂਦਾ ਹੈ। ਇੱਛਾ ਇਹ ਹੈ ਮਹਾਰਾਜ ਤੇਰੀ ਮਰਜ਼ੀ ਹੈ, ਕਰਨਾ ਹੋਏਗਾ ਕਰਦੀ, ਨਹੀਂ ਕਰਨਾ ਕਰਕੇ ਹੋ ਜਾਏਗਾ ਬਸ। ਫਿਰ ਕੀ ਹੋਏਗਾ, ਫਿਰ ਤੁਸੀਂ ਸੰਤੋਖੀ ਹੋ। ਕੋਈ ਨਾ ਸੰਤੋਖ 'ਚ ਬੈਠਿਆ, ਸਬਰ 'ਚ ਬੈਠਿਆ, ਨਹੀਂ ਹੋਏ ਨਾ ਸਬਰ ਤਾਂ ਲੰਗਰ 'ਚ ਹੀ ਦੇਖ ਲਿਆ ਕਰੋ, ਮਾਫੀ ਚਾਹਾਂਗਾ। ਰੌਲਾ ਪੈਂਦਾ ਹੁੰਦਾ ਨਾ, ਜੇ ਕਿਤੇ ਦਾਲ ਵਾਲਾ ਵਿਚਾਰਾ ਸਿੱਧਾ ਲੰਘ ਜੇ, ਇਹਨਾਂ ਨੂੰ ਪਤਾ ਹੀ ਨਹੀਂ ਵਰਤਾਉਣ ਦਾ, ਬੜਿਆਂ ਨੂੰ ਸੁਣਦੇ, ਉਧਰ ਹੀ ਗੇੜਾ ਕੱਢੀ ਜਾਂਦੇ, ਇੱਧਰ ਸਾਡੇ ਵਾਲੀ ਲਾਈਨ 'ਚ ਤਾਂ ਆਉਂਦੇ ਹੀ ਨਹੀਂ, ਚੱਕ ਕੇ ਬਾਲਟੀ ਤੁਰ ਪੈਂਦੇ ਨੇ, ਵਰਤਾਉਣ ਦਾ ਪਤਾ ਨਹੀਂ। ਕਿਉਂ, ਮਾਫੀ ਚਾਹਾਂਗਾ, ਸੰਤੋਖ ਨਹੀਂ। ਇਹਨਾਂ ਵੀ ਸਮਾਂ ਨਹੀਂ ਹੈ। ਕਈਆਂ ਨੂੰ ਮੈਂ ਦੇਖੇ, ਪਾ ਦੇ ਯਾਰ, ਦੁਬਾਰਾ ਕੌਣ ਮੰਗੂ, ਹੁਣੀ ਤੇ ਜਾ। ਸੰਤੋਖ ਦਾ ਮਤਲਬ ਕੀ ਹੈ, ਕਿੰਨਾ ਸਹਿਜ ਚਾਹੀਦਾ। ਮੈਂ ਤਾਂ ਕਈ ਵਾਰ ਕਹਿਣਾ, ਮੈਨੂੰ ਚੇਤਾ ਇੱਕ ਵਾਰੀ ਤੇ ਮਹਾਂਪੁਰਸ਼ਾਂ ਕੋਲੇ ਗਏ ਤੇ ਉੱਥੇ ਪ੍ਰਸ਼ਾਦਾ ਛਕਣ ਲੱਗੇ। ਇਹ ਬਿਰਤੀ ਹੈ ਤੁਹਾਡੀ ਭਾਈ, ਆ ਧਿਆਨ ਦਿਓ ਜੀ, ਮੈਂ ਜਿਹੜੀ ਗੱਲ ਕਹਿਣ ਲੱਗਾ। ਜਿਸ ਦਿਨ ਵੀ ਲੰਗਰ ਛਕਦੇ ਹੋ ਗੁਰਦੁਆਰੇ, ਪੇਟ ਨਾ ਭਰਿਆ ਕਰੋ। ਪੇਟ ਨਾ ਭਰਿਆ ਦਾ ਮਤਲਬ ਸਮਝੋ ਕੀ ਹੈ। ਗੁਰੂ ਨਾਨਕ ਤੇਰੇ ਘਰ ਦਾ ਲੰਗਰ ਛਕਣਾ ਤੇ ਇਹਨੂੰ ਦਵਾਈ ਬਣਾ ਦੇ, ਕੀ ਬਣੇਗਾ, ਦਵਾਈ ਬਣ ਗਈ। ਹੁਣ ਜੇ ਪੇਟ ਭਰ ਕੇ ਲੰਗਰ ਹੀ ਛਕਣਾ, ਫਿਰ ਲੰਗਰ ਬਣ ਕੇ ਪੇਟ ਭਰਿਆ ਗਿਆ ਬਸ। ਬਾਬਾ ਇਹਨੂੰ ਸੰਤੋਖ ਬਣਾ ਦੇ, ਮੈਨੂੰ ਸੰਤੋਖ ਆ ਜਾਏ, ਮੈਨੂੰ ਰੱਜ ਆ ਜਾਏ। ਤੁਸੀਂ ਯਕੀਨ ਕਰੋ, ਫਿਰ ਇੱਕ ਪ੍ਰਸ਼ਾਦੇ 'ਚ ਨਸ਼ਾ ਹੋ ਜਾਏਗੀ। ਬਾਬੇ ਦੇ ਦਰ 'ਤੇ ਆ, ਤੁਸੀਂ ਦੇਖੋ ਗੁਰੂ ਘਰ ਲੰਗਰ ਛਕਦੇ ਹੋ। ਮੈਂ ਜੀ ਅੱਜ ਫਲਾਨੇ ਦੇ ਘਰੇ ਲੰਗਰ ਛਕ ਕੇ ਆਇਆ, ਉਹਦੇ ਘਰੇ ਛਕ ਕੇ ਆਇਆ, ਅੱਜ ਮੈਂ ਗੁਰਦੁਆਰੇ ਲੰਗਰ ਛਕਿਆ। ਗੁਰਦੁਆਰਾ ਕੀ ਹੈ, ਗੁਰੂ ਦਾ ਘਰ ਹੈ, ਤੇ ਗੁਰੂ ਦੇ ਘਰ ਵਿੱਚ ਬਣੀ ਹੋਈ ਚੀਜ਼ ਗੁਰੂ ਦੇ ਦਰ ਤੋਂ ਹੁਕਮ ਹੋਈ 'ਚ ਬਣੀ ਹੋਈ ਹੈ, ਤੇ ਜਿਹੜੀ ਗੁਰੂ ਦੇ ਹੁਕਮ 'ਚ ਬਣੀ ਆ ਉਹ ਗੁਰੂ ਕਾ ਲੰਗਰ ਹੋਏਗਾ, ਉਹ ਕਿਸੇ ਫਲਾਣੇ ਦਾ ਲੰਗਰ ਨਹੀਂ ਹੈਗਾ। ਇਹ ਸਮਝਣ ਦੇ ਨੁਕਤੇ ਹੀ ਨਹੀਂ। ਤੁਸੀਂ ਪ੍ਰਸ਼ਾਦਾ ਲੈ ਕੇ ਕਹਿੰਦੇ ਮਹਾਰਾਜ ਕਿਰਪਾ ਕਰ ਦਿਓ, ਦਿਓ ਸਭ ਨਾਮ ਸੰਤੋਖੀ ਬਣ ਜਾਣੇ ਨੇ। ਨਹੀਂ ਸੰਤੋਖ ਹੈਗਾ, ਭਾਵੇਂ ਫਿਰ ਰੌਲਾ ਹੀ ਪਾਈ ਜਾਵੇ, ਜਾਂਦਾ ਵੀ ਕਰਿਓ, ਦਾਲ ਮਿਲੀ ਹੋਈ ਨਹੀਂ ਹੈਗੀ, ਸੰਤੋਖ ਨਹੀਂ। ਇਹ ਸੂਤਰ ਹੈ ਇੱਕ ਭਾਈ, ਸੰਤੋਖ ਥਾਪ ਰੱਖਿਆ ਜਿਨ ਸੂਤ। ਸੂਤ ਕੀ ਹੈ, ਸੂਤਰ। ਇਹ ਸੂਤਰ ਹੈ ਭਾਈ। ਸੰਤੋਖ ਤੋਂ ਬਿਨਾ ਕੁਝ ਨਹੀਂ ਹੋਣਾ, ਇਹ ਧਿਆਨ ਹੀ ਰੱਖਿਆ ਜੇ। ਸੰਤੋਖ ਬਿਨਾ ਸੰਤੋਖ ਨਾਹੀ ਕੋ ਰਾਜੈ, ਨਹੀਂ ਰੱਜਣਾ ਕੋਈ ਜਿੰਨਾ ਮਰਜ਼ੀ ਹੋਵੇ, ਸੰਤੋਖ ਤੋਂ ਬਿਨਾ ਨਹੀਂ ਰੱਜਦਾ। ਜਿੱਦੇ ਸੰਤੋਖ ਆ ਗਿਆ, ਕਿਸੇ ਚੀਜ਼ ਦੀ ਭੁੱਖ ਰਹਿੰਦੀ ਹੀ ਨਹੀਂ, ਕੋਈ ਭੁੱਖ ਨਹੀਂ ਰਹਿੰਦੀ।
गुरु पातशाह जी अगे कहते आओ अगले शब्द ते धौल धर्म दया का पूत संतोख थाप रखिया जिन सूत जे को बुझै। हुण ध्यान दिओ, जे कोई इस गल नूं बुझ लवे होवै सचियार। पुछया सी ना भी कि सचियारा होई, इहने नहीं हटना भाई, तू चाहे मूँह ते उंगलियां रख दे, इहने नहीं हटना, मेरा ध्यान इहदे 'च ही रहना गा। आखो गज के सतनाम, मेरे कन्नी मूँह करदे फिर इहने हट जाना गा। माफ़ी चाहांगा, ध्यान बार बार भड़कदा है। गुरु पातशाह कहते जे को बुझे इस गल नूं, कोई बुझ लवे, इस नूं बुझ लवे। बुझनी की सी? गुरा एक दे बुझाई, बुझा देवे, समझा देवे। जे को बुझे, किहड़ी गल बुझनी? आ उपर जिहड़ी दस्सी ने बुझणियां सीगियां गल्लां, सारियां बुझणियां ने। हुण ध्यान दिओ भी गुरबाणी बुझण नूं कहंदी है कि बाणी पढ़न नूं कहंदी है। ਜਿਹੜੇ ਨੁਕਤੇ ਗੁਰੂ ਨਾਨਕ ਸਾਹਿਬ ਦੇ ਰਹੇ ਨੇ ਬੁੱਝਣੇ ਸੀਗੇ। ਜੇ ਕੋਈ ਬੁੱਝੇ ਫਿਰ ਹੋਏਗਾ ਕੀ ਬਣੇਗਾ? ਸਚਿਆਰ। ਤੇ ਪਿੱਛੇ ਤੁਸੀਂ ਪੜ੍ਹ ਕੇ ਆਏ ਸੀ ਕਿਵ ਸਚਿਆਰਾ ਹੋਈ ਐ, ਕਿਵੇਂ ਸਚਿਆਰੇ ਬਣੀਏ? ਆ ਨੁਕਤਾ ਦੱਸ ਕੇ ਕਹਿੰਦੇ ਬੁੱਝ ਲਓ, ਇਸ ਗੱਲ ਨੂੰ ਬੁੱਝ ਲਓ, ਸਚਿਆਰੇ ਬਣਨਾ। ਉੱਥੇ ਵੀ ਗੱਲ ਨਾਲ ਨਾਲ ਦੱਸੀ ਸੀ, 5 ਗੱਲਾਂ ਦਸੀਆਂ। ਹੁਣ ਪੰਚ ਜਿਹੜਾ 5 ਬਣ ਗਿਆ ਉਹ ਇਸ ਗੱਲ ਤੇ ਆ ਜਾਂਦਾ ਹੈ, ਇਸ ਗੱਲ ਨੂੰ ਬੁੱਝ ਲੈਂਦਾ ਵੀ ਭਾਈ ਇੱਥੇ ਕੋਈ ਹੋਰ ਨਹੀਂ, ਸਭ ਉਹਦਾ ਹੁਕਮ ਚੱਲਦਾ, ਉਹਦੇ ਧਰਮ 'ਚ ਚੱਲਦਾ, ਉਹਦੇ ਸੰਤੋਖ 'ਚ ਤੁਰਦਾ ਹੈ। ਫਿਰ ਸਚਿਆਰਾ ਬਣੇਗਾ। ਬਣਨਾ ਕੀ ਸੀ? ਸਚਿਆਰੀ ਬਣਨਾ। ਇੱਥੇ ਕਲੀਅਰ ਕਰਕੇ ਗੱਲ ਨੂੰ। ਜੇ ਕੋ ਬੁਝੇ, ਮਹਾਰਾਜ ਕਹਿੰਦੇ ਫਿਰ ਉਹ ਹੋਵੇ ਸਚਿਆਰ। ਅੱਗੇ ਕਹਿੰਦੇ ਧਵਲੇ ਉੱਪਰ ਕੀਤਾ ਭਾਰ। ਹੁਣ ਇਹ ਗੱਲ ਤਾਂ ਕਹੀ ਜਾਂਦੇ ਨੇ ਵੀ ਧੌਲਾ ਬਲਦ ਹੈ, ਧਵਲਾ। ਹੁਣ ਇੱਥੇ ਧਵਲਾ ਲਿਖਿਆ, ਉੱਪਰ ਕੀ ਲਿਖਿਆ ਸੀ? ਧੌਲ। ਦੋ ਹੀ ਸ਼ਬਦ ਬਦਲ ਗਏ, ਧਵਲਾ ਤੇ ਧੌਲ। ਧਵਲੇ ਉੱਪਰ ਕੀਤਾ ਭਾਰ। ਕਿਹੜਾ ਭਾਰ ਆ? ਤੁਸੀਂ ਦੱਸੋ ਤਾਂ ਸਹੀ। ਬਾਬਾ ਨਾਨਕ ਐਵੇਂ ਆ, ਕੇਤੇ ਦਾ ਅਰਥ ਐ ਬਣਨਾ, ਐਵੇਂ ਕਹਿੰਦੇ ਨੇ ਉਹ। ਦੱਸੋ ਤਾਂ ਸਹੀ ਕਿਹੜਾ ਭਾਰ ਆ? ਤੁਸੀਂ ਕਿਹੜੇ ਬਲਦ ਤੇ ਭਾਰ ਰੱਖਿਆ ਹੋਇਆ, ਚੱਕਿਆ ਹੋਇਆ? ਆ ਧਰਤੀ ਜਿਹੜੀ ਹੈ, ਆਪਾਂ ਨੂੰ ਬਾਬਾ ਕੀ ਸਮਝਾ ਰਿਹਾ? ਧਰਮ ਦੱਸ ਰਿਹਾ। ਉੱਪਰ ਪੜ੍ਹਿਆ ਸੀ ਨਾ ਵੀ ਧੌਲ ਧਰਮ ਹੈ, ਕੋਈ ਹੋਰ ਬਲਦ ਦੀ ਗੱਲ ਨਹੀਂ। ਮੈਂ ਤਾਂ ਧਰਮ ਸਿਖਾਉਣਾ ਤੈਨੂੰ, ਸਚਿਆਰੇ ਬਣਾਉਣਾ। ਕਹਿੰਦੇ ਨਹੀਂ ਨਹੀਂ, ਇਹ ਤਾਂ ਧਰਮ ਬਲਦ ਨੇ ਚੱਕੇ। ਬਾਬਾ ਕਹਿੰਦਾ ਮੈਨੂੰ ਦੱਸੋ ਤੁਸੀਂ ਕਿਹੜੇ ਬਲਦ ਤੇ ਭਾਰ ਆ ਭਾਈ? ਧਵਲੇ ਉੱਪਰ ਕੇਤਾ, ਕਿਹੜਾ ਭਾਰ ਹੈ? ਜੇ ਭਾਰ ਹੋਵੇ ਧਰਤੀ ਹੋਰ, ਪਰੈ ਹੋਰ। ਹੋਰ ਧਰਤੀ ਹੋਰ, ਸ਼੍ਰੀਲੰਕਾ ਵਾਲੇ ਤਾਂ ਜਮੇ ਅਲੱਗ ਨੇ, ਨਿਊਜ਼ੀਲੈਂਡ ਵਾਲੇ ਹੋਰ ਅਲੱਗ ਨੇ, ਆਸਟ੍ਰੇਲੀਆ ਵਾਲੇ ਅਲੱਗ ਨੇ। ਤੇ ਫਿਰ ਕਿਹੜੇ ਕਿਹੜੇ ਥੱਲੇ ਉਹਦੇ ਸਿੰਘ ਵਸਾਏ ਹੋਏ ਨੇ? ਫਿਰ ਉਹਨੇ ਬਲਦ ਹੋਣਗੇ। ਹੋ ਗਿਆ ਨਾ ਖੰਡਨ। ਬਾਬੇ ਨੇ ਸਮਝਾਇਆ ਭਾਈ ਇਹਨਾਂ ਇਹਦੇ ਸਿਰਾਂ 'ਤੇ ਨਹੀਂ ਹੈਗੀ, ਇਹ ਤਾਂ ਧਰਮ ਨੇ ਟਿਕਾਈ ਹੋਈ ਹੈ। ਹੁਣ ਦੂਜੇ ਪਾਸੇ ਨੁਕਤਾ ਥੋੜ੍ਹਾ ਮੈਂ ਰੋਕ ਕੇ ਪੜ੍ਹਨ ਲੱਗਿਆ ਵੀ 70% ਤਾਂ ਪਾਣੀ ਹੈ, ਧਰਤੀ ਥੋੜ੍ਹੀ ਹੈ। ਫਿਰ ਪਾਣੀ ਦੇ ਵਿੱਚ ਸਿੰਘ ਹੋ ਸਕਦੇ ਸੀ ਵੀ ਜ਼ਿਆਦੇ ਆ, ਧਰਤੀ 'ਤੇ ਕਿੱਥੇ ਹੋ ਸਕਦੇ? ਪੂਰੀ ਧਰਤੀ ਦੇ ਉੱਤੇ 70% ਪਾਣੀ ਹੈ, ਨਹੀਂ ਤਾਂ ਡੁਬੋ ਦੇ ਸਾਰਾ ਕੁਛ ਕਰਦੇ। ਪਰ ਜੇ ਰੁਕੀ ਹੋਈ ਹੈ, ਕਾਹਦੇ ਕਰਕੇ ਰੁਕੀ ਹੈ? ਧੌਲ ਉਹਦੀ ਧਰਮ ਕਰਕੇ ਰੁਕੀ ਹੋਈ ਹੈ, ਉਹਦੇ ਹੁਕਮ ਕਰਕੇ ਰੁਕੀ ਹੋਈ ਹੈ। ਇਹੀ ਸਮਝਾਇਆ ਸੀ, ਹੁਕਮੇ ਅੰਦਰ ਸਭ ਕੋ। ਐਵੇਂ ਨਹੀਂ ਹੈਗਾ ਵੀ ਕੋਈ ਉਹ ਗੱਲਾਂ ਬਣਾ ਕੇ, ਨਾ। ਐਡੀ ਸਪੀਡ ਨਾਲ ਧਰਤੀ ਘੁੰਮ ਰਹੀ ਹੈ। ਹੁਣ ਤਾਂ ਅਸੀਂ ਸਾਰੇ ਅੱਜ ਤਾਂ ਐਜੂਕੇਸ਼ਨ ਇੰਨੀ ਵੱਧ ਗਈ, ਲੋਕਾਂ ਨੂੰ ਪਤਾ ਹੈ ਵੀ ਪ੍ਰਤੀ ਜਿਹੜਾ ਹੈ 1 ਘੰਟਾ ਦੀ ਸਪੀਡ ਹੈ 1 ਲੱਖ ਵਰਗ ਕਿਲੋਮੀਟਰ ਕੱਢਦੀ ਹੈ। 1 ਲੱਖ ਵਰਗ ਕਿਲੋਮੀਟਰ 1 ਘੰਟੇ 'ਚ, ਇੱਡਾ ਰਾਊਂਡ ਆ ਉਹਦਾ। ਅਤੇ 1 ਸੈਕਿੰਡ ਦੇ ਵਿੱਚ 32 ਕਿਲੋਮੀਟਰ ਲੰਘਦੀ ਹੈ। 1 ਸੈਕਿੰਡ 'ਚ ਕਿੰਨਾ ਹੁੰਦਾ ਸੈਕਿੰਡ? ਇੰਨਾ ਵੀ ਜੇ ਐਂ ਕਰਿਆ ਤਾਂ ਇਹਦੇ ਕਿਤੇ ਰੈਕੋਰਡ ਪਹੁੰਚ ਗਈ। ਇੰਨੀ ਸਪੀਡ ਨਾਲ ਚੱਲ ਰਹੀ ਹੈ। ਬਾਣੀ ਕਹਿੰਦੀ ਹੈ ਇੰਨੀ ਸਪੀਡ ਨਾਲ ਚੱਲਦੀ ਹੈ, ਪਰ ਕਿਸੇ ਨਾਲ ਟਕਰਾਉਂਦੇ ਨਹੀਂ ਹੈਗੇ। ਕਿਉਂ ਨਹੀਂ ਟਕਰਾਉਂਦੇ? ਕਿਉਂਕਿ ਭੈ ਵਿੱਚ ਨੇ। ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋ ਕਰੋੜੀ ਚਲਤ ਨਾ ਅੰਤ। ਭੈ ਵਿੱਚ ਸਿੱਧ ਬੁੱਧ ਸਰਨਾਥ, ਭੈ ਵਿੱਚ ਆਡਾਣੇ ਆਕਾਸ਼, ਭੈ ਵਿੱਚ ਜੋਧ ਮਹਾਵਲ ਸੂਰ, ਭੈ ਵਿੱਚ ਆਵੇ ਜਾਵੇ ਪੂਰ। ਸਗਲਿਆ ਭਾਉ ਲਿਖਿਆ ਸਿਰਲੇਖ। ਸਾਰਿਆਂ 'ਤੇ ਉਹਦਾ ਭਾਉ ਚੱਲਦਾ ਹੈ, ਰੱਬ ਦਾ ਹੁਕਮ ਚੱਲਦਾ। ਭੈ ਦੇ ਅਰਥ ਹੁਕਮ ਨੇ। ਹੁਕਮ ਤੋਂ ਹੀ ਗੱਲ ਚੱਲੀ ਸੀ। ਹੁਕਮ ਰਜਾਈ, ਬੋਲੋ ਹੁਕਮ ਰਜਾਈ। ਅਤੇ ਜੇ ਸੂਰਜ ਹੁਕਮ 'ਚ ਚੱਲ ਸਕਦਾ, ਤੈਨੂੰ ਕੀ ਪ੍ਰੋਬਲਮ ਹੈ? ਆਹੀ ਰੌਲਾ ਹੈ।
ਤੇ ਆਪਾਂ ਨੂੰ ਕਾਹ 'ਚ ਚਲਾਉਣਾ? ਹੁਕਮ ਰਜਾਈ ਚੱਲਣਾ। ਜੇ ਤੂੰ ਸਚਿਆਰਾ ਬਣਨਾ ਹੈ, ਕਿਵ ਸਚਿਆਰਾ ਹੋਈ ਹੈ, ਕਿਵ ਕੂੜੇ ਟੁੱਟੈ ਪਾਲ। ਬਾਬਾ ਕਹਿੰਦਾ ਹੁਕਮ ਰਜਾਈ ਚੱਲਣਾ। ਚੱਲ ਤੂੰ ਸਚਿਆਰਾ ਬਣ ਜੇ, ਹੁਕਮ 'ਚ ਚੱਲ, ਰਜਾ 'ਚ ਚੱਲ, ਉਹਦੀ ਭੈ 'ਚ ਚੱਲ। ਇਸ ਕਰਕੇ ਕਹਿੰਦੇ ਧਰਤੀ ਹੋਰ ਪਰੇ ਹੋਰ, ਫਿਰ ਤਾਂ ਹੋਰ ਆ। ਤਿਸਤੇ ਭਾਰ ਤਲੇ ਕਵਣ ਜੋਰ। ਫਿਰ ਉਹਦੇ 'ਤੇ ਭਾਰ ਕਿਵੇਂ ਆ? ਉਹਦੇ ਥੱਲੇ ਕੌਣ ਆ ਜਿਹੜਾ ਉਹਦੇ ਭਾਰ ਨੂੰ ਚੱਕੀ ਬੈਠਾ? ਤਿਸ ਤੇ ਭਾਰ ਤਲੈ, ਤਲੇ ਥੱਲੇ ਕਵਣ ਜੋਰ। ਕਿਹਦਾ ਜ਼ੋਰ ਆ ਥੱਲੇ? ਉਹਦੇ ਕਿਹਦੇ ਜ਼ੋਰ 'ਤੇ ਧਰਤੀ ਖੜੀ ਹੈ? ਫਿਰ ਜੇ ਇੱਥੇ ਤਾਂ ਹੈਗਾ ਆਸਟ੍ਰੇਲੀਆ ਸ੍ਰੀਲੰਕਾ ਵਾਲਾ ਤਾਂ ਡੁੱਬ ਜਾਂਦਾ, ਜੇ ਉੱਥੇ ਬਲਦ ਫਿਰ ਉੱਧਰ ਜਾਂਦਾ ਭੱਜ ਕੇ। ਬਲਦ ਨੇ ਪੱਠੇ ਵੀ ਖਾਣੇ ਹੋਣੇ ਨੇ, ਵਿਚਾਰਾ ਖੜਿਆ ਖੜਾ ਥੱਕ ਵੀ ਜਾਂਦਾ ਹੋਏਗਾ। ਇਹ ਸਮਝਾਉਣ ਦੇ ਨੁਕਤੇ ਸੀ, ਗਲਤ ਅਰਥ ਹੋ ਗਿਆ। ਫਿਰ ਸਾਹਿਬ ਕਹਿੰਦੇ, ਹੁਣ ਸਮਝਾਉਂਦੇ ਨੇ, ਜੀ ਜਾਤ ਰੰਗਾ ਕੇ ਨਾਮ। ਇਹ ਭਾਈ ਜੀ ਜਿੰਨੇ ਵੀ ਨੇ, ਦਇਆ ਜਾਣੇ ਜੀ ਕੀ, ਜਿੰਨੇ ਵੀ ਜੀ ਨੇ ਨਾ, ਇਹਨਾਂ ਦੀ ਜਾਤ ਹੈ। ਜਾਤ ਆ ਜਾਤਾਂ ਨਹੀਂ ਜਿਹੜੀਆਂ ਅਸੀਂ ਬਣਾ ਲਈਆਂ ਨਾ। ਜਿਵੇਂ ਚਿੜੀਆਂ ਇੱਕ ਜਾਤ ਹੋ ਗਈ, ਚਿੜੀਆਂ ਦੇ ਵਿੱਚ ਕਿੰਨੀਆਂ ਅੱਗੇ ਚਿੜੀਆਂ ਕਈ ਪ੍ਰਕਾਰ ਦੀਆਂ ਨੇ। ਕਾਂ ਨੇ, ਉਹਨਾਂ ਦੀ ਆਪਣੀ ਇੱਕ ਜਾਤ ਹੋ ਗਈ। ਮਨੁੱਖ ਦੀ ਵੀ ਜਾਤ ਹੈ। ਕਰਤੂਤ ਪਸ਼ੂ ਕੀ ਮਾਨਸ, ਬੋਲੋ, ਕਰਤੂਤ ਪਸ਼ੂ ਕੀ ਮਾਨਸ ਕੀ ਜਾਤ ਹੈ, ਮਾਨਸ ਜਾਤ ਹੈ। ਅਸੀਂ ਜਾਤਾਂ ਬਣਾ ਲਿਆ, ਫਲਾਣੀ ਜਾਤ ਆ, ਫਲਾਣੀ ਜਾਤ। ਇਹ ਗਲਤ ਹੋ ਗਿਆ ਕੰਮ। ਅਸਲ ਜਾਤ ਇਹ ਨਹੀਂ। ਮਨੁੱਖਾਂ ਦੀ ਜਾਤ, ਪਰਿੰਦਿਆਂ ਦੀ ਜਾਤ, ਪੰਛੀਆਂ ਦੀ ਜਾਤ, ਦਰਖਤਾਂ ਦੀ ਜਾਤ, ਇਹ ਜਾਤਾਂ ਸੀਗੀਆਂ। ਜੀ ਜਾਤ ਰੰਗਾਂ ਕੈ ਨਾਮ। ਹੁਣ ਧਿਆਨ ਦਿਓ, ਹੁਣ ਪੰਜ ਪ੍ਰਮਾਣ ਦਾ ਅਰਥ ਨਿਕਲਣਾ। ਮੈਂ ਤੁਹਾਨੂੰ ਕੱਲ੍ਹ ਕਿਹਾ ਸੀ, ਜਿਹੜਾ ਸਰੀਰ ਦਾ ਤਾਂ ਨਾਂ ਹੈਗਾ, ਰੰਗ ਦਾ ਤਾਂ ਨਾਂ ਹੈਗਾ। ਇਹ ਰੰਗਾਂ ਦੇ ਆਧਾਰ 'ਤੇ ਨਾਂ ਨੇ। ਜੀ ਜਾਤ ਰੰਗਾਂ ਕੇ ਨਾਮ, ਇਹ ਨਾਂ ਰੱਖੇ ਨੇ। ਆ ਜੀ ਦਰਖਤ ਆ, ਬੋਰਡ ਦਾ, ਜਿਆਦਾ ਇਹਦੇ ਹੈਗੇ ਨਾ, ਇਹਨਾਂ ਦੇ ਨਾਂ ਨੇ। ਪਰ ਜਿਹੜੀ ਅੰਦਰਲੀ ਜੋਤ ਆ, ਉਹਦਾ ਕੀ ਨਾਂ? ਉਹਦਾ ਕੋਈ ਨਾਂ ਨਹੀਂ। ਫਿਰ ਜਿਹੜਾ ਉੱਥੇ ਪਹੁੰਚ ਗਿਆ, ਉਹਦੇ ਨਾਲ ਜੁੜਿਆ, ਉਹ ਸਭ ਪੰਚ ਨੇ, ਇੱਕ ਰੂਪ ਹੋ ਗਏ ਨਾ। ਫਿਰ ਬਾਬਾ ਰਵਿਦਾਸ ਵੀ ਉਸੇ ਰੂਪ 'ਚ ਹੀ ਹੈ। ਉਸੇ 'ਚ ਕਬੀਰ ਸਾਹਿਬ ਬੈਠੇ ਨੇ, ਉੱਥੇ ਫਰੀਦ ਬੈਠਾ ਹੈ, ਉੱਥੇ ਭਗਤ ਜੈਦੇਵ ਜੀ ਨੇ, ਉੱਥੇ ਬਾਬਾ ਨਾਨਕ ਹੈ। ਇੱਕੋ ਹੀ ਜੋਤ ਹੈ, ਸਭ ਇੱਕ ਜੋਤ 'ਚ ਨੇ। ਫਿਰ ਕਿਵੇਂ ਅਲੱਗ-ਅਲੱਗ ਹੋ ਗਏ? ਅਸੀਂ ਕੀ ਦੇਖਿਆ? ਅਸੀਂ ਬਾਹਰਲਾ ਦੇਖ ਲਿਆ, ਜੀ ਜਾਤ ਰੰਗਾਂ ਕੇ ਨਾਮ ਦੇਖ ਲਏ, ਬਾਹਰਲੇ ਸਰੀਰ ਦੇ, ਤਨ ਦੇ, ਉਹਦੇ ਆਧਾਰ 'ਤੇ ਅਸੀਂ ਨਾਮ ਰੱਖੀ ਬੈਠੇ ਹਾਂ। ਅਸੀਂ ਅਲੱਗ ਕਰ ਲਏ। ਜਿਹਨੇ ਜੋਤ ਦੇਖਣੀ ਹੈ, ਉਹ ਕੀ ਦੇਖੇਗਾ? ਉਹ ਨਿਰੰਕਾਰ ਨੂੰ ਦੇਖੇਗਾ। ਜਿਹਨੇ ਜਾਤ ਦੇਖਣੀ ਆ, ਉਹ ਆਕਾਰ ਨੂੰ ਦੇਖੇਗਾ। ਬਲਬ ਤਾਂ ਆਹ ਨਿੱਕੇ ਨਿੱਕੇ ਵੀ ਲੱਗੇ ਹੋਏ ਨੇ, ਆਹ ਵੱਡਾ ਵੀ ਲੱਗਿਆ ਹੋਇਆ, ਆਹ 2000 ਵਾਟ ਵੀ ਲੱਗੀ ਹੋਈ ਆ, ਹੈਗੇ ਕਿ ਨਹੀਂ? ਤੇ ਸਾਰੇ 'ਚ ਕਰੰਟ ਇੱਕੋ ਹੀ ਹੈ। ਅਸੀਂ ਕੀ ਦੇਖਦੇ ਹਾਂ? ਅਸੀਂ ਬਾਹਰਲੇ ਰੰਗ ਦੇਖਦੇ ਹਾਂ। ਇਸੇ ਕਰਕੇ ਗੜਬੜ ਹੁੰਦੀ ਆ। ਜਿਹੜਾ ਪੰਜ ਪ੍ਰਵਾਨ ਹੈ, ਉਹਦੀ ਦਰਗਾਹ 'ਚ ਪ੍ਰਵਾਨ ਜਿਹਨੇ ਹੋਣਾ ਹੈ, ਜਿਹੜਾ ਉਹਦੀ ਦਰਗਾਹ 'ਚ ਦਰਗਹਿ ਪਾਵੈ ਮਾਣ, ਉਹ ਪਾਊਗਾ ਜਿਹਨੇ ਇਸ ਗੱਲ ਨੂੰ ਮੰਨ ਲਿਆ। ਉਹੀ ਬਣੇਗਾ ਸਚਿਆਰਾ। ਜਿਹੜਾ ਬਾਹਰ ਫਿਰਦਾ ਹੈ, ਬਾਬਾ ਜੀ ਕਹਿੰਦੇ ਆਹ ਦੇਖੋ ਜੀ, ਇਹ ਇਹਨਾਂ ਚੀਜ਼ਾਂ ਨਾਲ ਨਹੀਂ। ਬਾਬਾ ਜੀ ਕਹਿੰਦੇ ਸਭਨ ਇਹ ਜੀ ਜਾਤ ਰੰਗਾ ਕੇ ਨਾਮ ਸਭਨਾ ਲਿਖਿਆ ਬੁੜੀ ਕਲਾਮ। ਇੱਥੇ ਵੀ ਬੜਾ ਰੌਲਾ ਪਿਆ। ਇਹ ਮੂਹਰੇ ਲਿਖਿਆ ਸ਼ਬਦ ਕਰਕੇ ਨਾ ਮਗਰਲਿਆਂ ਨੇ ਕਲਾਮ ਨੂੰ ਕਲਮ ਕਹਿਣਾ ਸ਼ੁਰੂ ਕਰਤਾ। ਇਹ ਵੀ ਗੜਬੜ ਹੈ। ਸਭਨਾ ਲਿਖਿਆ, ਸਾਰਿਆਂ 'ਤੇ ਲਿਖਿਆ, ਲੇਖਾ ਲਿਖਿਆ ਹੋਇਆ। ਹੁਣ ਪੜ੍ਹੋ ਪਿਛਲੀ ਪੰਕਤੀ, ਫਿਰ ਮੈਂ ਤਾਂ ਜੋੜਦਾ ਉਹਨਾਂ ਨਾਲ, ਇੱਥੇ ਅਰਥ ਕਲੀਅਰ ਹੋਏਗਾ। ਉਹ ਜਦੋਂ ਅਸੀਂ ਪੜ੍ਹਦੇ ਹਾਂ ਨਾ, ਕਿਵ ਸਚਿਆਰਾ ਹੋਈ ਹੈ, ਕਿਵ ਕੂੜੇ ਟੁੱਟੇ ਪਾਲ, ਅੱਗੇ ਪੜ੍ਹੋ, ਹੁਕਮ ਰਜਾਈ ਚੱਲਣਾ, ਨਾਨਕ ਬੋਲੋ। ਇਹ ਲਿਖਿਆ ਨਾਲ ਕੀ ਹੈ? ਉਹ ਆ ਨਾਲ ਕੀ ਲਿਖ ਕੇ ਦਿੱਤਾ? ਇਹ ਲਿਖਿਆ ਹੋਇਆ ਹੀ ਹੁਕਮ ਹੈ। ਲਿਖਿਆ ਹੋਇਆ ਨਾਲ ਚੱਲਣਾ ਤੇਰੇ। ਲਿਖਿਆ ਹੋਇਆ ਐਵੇਂ ਇਨ ਰਿਟਨ 'ਚ ਨਹੀਂ ਹੈ। ਰੱਬ ਨੇ ਕਿਤੇ ਵੀ ਰਿਟਨ 'ਚ ਨਹੀਂ ਲਿਖਿਆ ਹੋਇਆ, ਕਿਉਂਕਿ ਜੇ ਉਹਨੂੰ ਲਿਖਣਾ ਪਊਗਾ ਫਿਰ ਕਾਗਜ਼ ਚਾਹੀਦਾ ਹੈ ਲਿਖਣ ਵਾਸਤੇ, ਜਿਹੜਾ ਅਸੀਂ ਕਹਿੰਦੇ ਹਾਂ। ਫਿਰ ਕਿੱਥੇ ਆ ਉਹ? ਇਹ ਸੌਖੀ ਜੀ ਗੱਲ ਹੈ ਤਾਂ ਜੀ, ਮੇਰੇ ਮੱਥੇ ਦੇ ਭਾਗ ਬਸ ਮਾੜੇ ਲਿਖੇ ਹੋਏ ਨੇ। ਉਹਨੂੰ ਭਾਜੀ ਵੀ ਇੱਥੇ ਪੜ੍ਹੇ, ਕਿੱਥੇ ਪੜ੍ਹੇ ਜਾਂਦੇ ਨੇ? ਲਿਖੇ ਹੋਏ ਨੇ ਜੇ, ਕਿੱਥੇ ਨੇ ਉਹ? ਹੋਰ ਸੌਖਾ ਕਰ ਲਓ।
ਆ ਫਲਾਣੇ ਨੇ ਮੈਨੂੰ ਇਹੋ ਜਿਹੀ ਗੱਲ ਕਹੀ ਸੀ, ਮੇਰੇ ਤਾਂ ਅੰਦਰ ਬੋਲੋ ਲਿਖੀ ਗਈ। ਤੁਸੀਂ ਕਿੱਥੇ ਲਿਖਤੀ, ਕਿਵੇਂ ਲਿਖਤੀ, ਕਿਹੜੇ ਪੇਪਰ 'ਤੇ ਲਿਖਤੀ? ਉਵੇਂ ਲਿਖੇ ਹੋਏ ਨੇ। ਇਹ ਉਹਦੀ ਲਿਖਣ ਦੀ ਗੱਲ ਕਰਦੇ ਨੇ। ਸਭਨਾ ਲਿਖਿਆ, ਉੱਥੇ ਲਿਖਿਆ ਲਿਖਿਆ ਨਾਲ, ਸਭਨਾ ਲਿਖਿਆ ਵੁੜੀ। ਵੁੜੀ ਦਾ ਮਤਲਬ ਲਗਾਤਾਰ ਚੱਲਦੀ ਹੈ। ਕਲਾਮ ਦਾ ਅਰਥ ਕਲਮ ਨਾ ਕਰਿਓ। ਕਲਾਮ ਪਤਾ ਕੀ ਹੈ? ਅਰਬੀ ਦੇ ਵਿੱਚ ਕਹਿੰਦੇ ਨੇ ਕਲਾਮ ਪੜ੍ਹਨਾ, ਆਵਾਜ਼, ਆ ਕਲਾਮ ਪੜ੍ਹਦਾ ਹੈ। ਕਲਮਾ ਪੜ੍ਹਨਾ, ਹੁਕਮ, ਇਹਦਾ ਅਰਥ ਹੈ ਹੁਕਮ। ਸਾਰਿਆਂ 'ਤੇ ਹੁਕਮ ਚੱਲ ਰਿਹਾ, ਹੁਕਮ ਦੀ ਕਲਮ ਚੱਲ ਰਹੀ ਹੈ, ਹੁਕਮ ਦੀ, ਹੁਕਮ ਦੀ ਚੱਲ ਰਹੀ ਆ। ਜੇ ਤੂੰ ਇਸ ਲਿਖੇ ਹੋਏ ਹੁਕਮ ਦੀ ਕਲਮ 'ਚ ਆ ਜਾਏਗਾ, ਤੂੰ ਸਚਿਆਰਾ ਬਣੇਗਾ। ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਪਾਲ। ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ, ਲਿਖਿਆ ਨਾਲ ਹੈ, ਇਹ ਲਿਖਿਆ ਹੋਇਆ ਹੈ ਸਭ ਨਾਲ ਲਿਖਿਆ ਬੁੜੀ ਕਲਾਮ। ਉਹਦੇ ਕਲਾਮ ਦੇ ਵਿੱਚ, ਉਹਦੀ ਰਜ਼ਾ ਦੇ ਵਿੱਚ, ਉਹਦੇ ਹੁਕਮ ਦੇ ਵਿੱਚ, ਕਲਮ ਨਾਲ ਨਹੀਂ। ਫਿਰ ਕੀ ਹੋਏਗਾ? ਹੁਣ ਮਹਾਰਾਜ ਕਹਿੰਦੇ ਸਾਰੀ ਸ੍ਰਿਸ਼ਟੀ ਦਾ ਜੋ ਹੈ, ਕਹਿੰਦੇ ਇਹ ਲੇਖਾ ਲਿਖ ਜਾਣੇ ਕੋਈ। ਹੁਣ ਤੱਕ ਤਾਂ ਦੱਸਿਆ ਨਹੀਂ ਕਿਸੇ ਨੂੰ ਵੀ ਕਿੱਥੇ ਲੇਖਾ ਲਿਖਿਆ ਹੋਇਆ। ਇਹ ਲੇਖਾ ਲਿਖ ਜਾਣੇ ਕੋਈ, ਕੋਈ ਜਾਣ ਸਕਦਾ ਇਸ ਲੇਖੇ ਨੂੰ ਜਿਹੜਾ ਰੱਬ ਨੇ ਲਿਖਿਆ ਹੋਇਆ? ਜੇ ਲੇਖ ਜਾਣ ਲੈਂਦਾ ਨਾ, ਹੁਣ ਤਾਂ ਹਰੇਕ ਨੇ ਕਹਿ ਦੇਣੇ ਬਾਬਾ ਆ ਕੰਮ ਕਰ ਮੇਲ ਯਾਰ, ਜਿੰਨਾ ਵੀ ਇਹਨਾਂ ਮਟੇਦੇ ਆ ਸਾਰਾ ਕੁਛ। ਅਸੀਂ ਤਾਂ, ਸਾਨੂੰ ਤਾਂ ਰਬੜ ਨਹੀਂ ਨਾ ਮਿਲੀ ਉਹ ਸਾਫ਼ ਕਰਨ ਵਾਲੀ। ਆ ਕਾਗਜ਼ ਪੈਨਸਲ ਨਾਲ ਲਿਖ ਲੈਂਦੇ ਸੀ, ਉਹ ਜਦੀ ਸਾਫ਼ ਕਰ ਦੇਣਾ। ਗਲਤ ਕੰਮ ਕਰਨ ਵਾਲੇ ਐਵੇਂ ਕਰਦੇ ਸੀ, ਪੈਨਸਲ ਨਾਲ ਲਿਖ ਦੇਣਾ। ਇਹਦਾ ਤਾਂ ਲੇਖਾ ਪਤਾ ਹੀ ਨਹੀਂ ਲੱਗਦਾ ਕਿੱਥੇ ਲਿਖਿਆ ਹੋਇਆ। ਹਰ ਬੰਦਾ ਮੰਨਦਾ ਜੀ ਕੀ ਕਰੀਏ, ਸਾਡੇ ਮੇਰੇ ਤਾਂ ਭਾਗ ਹੀ ਮਾੜੇ ਨੇ, ਮੇਰੇ ਤਾਂ ਲੇਖਾ 'ਚ ਹੀ ਇਹੋ ਜਿਹਾ ਕੁਛ ਲਿਖਿਆ ਨਹੀਂ ਭਾਈ। ਫਿਰ ਲਿਖਣ ਵਾਲੇ ਨੇ ਕਿੱਥੇ ਲਿਖਤਾ? ਪਿੱਛੇ ਵੀ ਆਪਣੀ ਇੱਕ ਵਾਰੀ ਕਾਫੀ ਗੱਲ ਹੋਈ ਸੀ ਇਸ ਟੌਪਿਕ 'ਤੇ। ਜੇ ਬਾਬਾ ਬਾਣੀ ਇਹ ਕਹਿੰਦੀ ਹੈ, ਫਰੀਦ ਸਾਹਿਬ ਕਹਿੰਦੇ, ਫਰੀਦਾ ਜੇ ਤੂੰ ਅਕਲ ਲਤੀਫ, ਜੇ ਤੂੰ ਅਕਲ ਵਾਲਾ ਹੈ, ਅੱਗੇ ਕਾਲੇ ਲਿਖਣਾ, ਇਹ ਕੌਣ, ਕਿਹਨੂੰ ਕਹਿੰਦੇ ਨੇ? ਵੀ ਰੱਬ ਨੂੰ ਕਹਿੰਦੇ ਤੂੰ ਕਾਲੇ ਲਿਖਣਾ ਲਿਖ। ਇਹ ਤਾਂ ਬੰਦੇ ਨੂੰ ਕਹਿੰਦੇ ਨੇ। ਇਹਦਾ ਮਤਲਬ ਕੀ ਹੈ? ਜਿਹੋ ਜਿਹੀਆਂ ਲਿਖੀਆਂ ਨੇ ਭਾਈ ਉਹੋ ਜਿਹੀਆਂ ਭਰਨੇ। ਇਹਦਾ ਮਤਲਬ ਲਿਖਦੇ ਕੌਣ ਆ? ਫਿਰ ਆਪਾਂ ਹੀ ਲਿਖਦੇ ਹਾਂ। ਜੇ ਤੂੰ ਅਕਲ ਲਤੀਫ, ਕਾਲੇ ਲਿਖ ਨਾ ਲੇਖ, ਕਾਲੇ ਲੇਖ ਨਾ ਲਿਖ। ਕਾਲਾ ਲੇਖ ਲਿਖਣਾ ਬੁਰਾ, ਕਾਲਾ ਬਲੈਕ। ਅਸੀਂ ਲਿਖ ਰਹੇ ਹਾਂ, ਆਪ ਹੀ ਲਿਖਣਾ ਹੈ। ਚੰਗੇ ਲਿਖ ਲਓ, ਮਾੜੇ ਲਿਖ ਲਓ, ਅਤੇ ਚੰਗਿਆਈਆਂ ਬੁਰਾਈਆਂ ਤਾਂ ਹੀ ਤਾਂ ਵਾਚੀਆਂ ਜਾਂਦੀਆਂ ਨੇ। ਜੇ ਰੱਬ ਦੀਆਂ ਲਿਖੀਆਂ ਹੋਈਆਂ ਨੇ ਫਿਰ ਗੱਲ ਹੀ ਕੋਈ ਨਹੀਂ। ਇਹ ਸਿਧਾਂਤ ਫਿਰ ਹੈ ਕਿ ਰੱਬ ਦੇ ਨਾਲ ਜਿੱਥੇ ਬਾਣੀ 'ਚ ਲਿਖਿਆ ਰਿਲੇਟਡ, ਉੱਥੇ ਫਿਰ ਇਹ ਉਹਦੇ ਅਰਥ ਕੁਝ ਹੋਰ ਨੇ। ਗੁਰੂ ਪਾਤਸ਼ਾਹ ਕਹਿੰਦੇ ਇਹ ਲੇਖਾ ਲਿਖ ਜਾਣੇ ਕੋਈ, ਲੇਖਾ ਲਿਖਿਆ ਕੀਤਾ ਹੋਏ। ਕਿੰਨਾ ਕੁ ਹੋਏਗਾ ਕੌਣ ਦੱਸੇਗਾ? ਕੋਈ ਨਹੀਂ ਦੱਸ ਸਕਦਾ। ਪਿੱਛੇ ਪੜ੍ਹ ਕੇ ਬੇਸ਼ੁਮਾਰ ਹੈ, ਉਹ ਤਾਂ ਸ਼ੁਮਾਰ 'ਚ ਨਹੀਂ ਲਿਖਿਆ ਜਾ ਸਕਦਾ ਹੈ। ਲੇਖਾ ਲਿਖਿਆ ਕੀਤਾ ਹੋਏ, ਕੀਤਾ ਤਾਣ, ਕਿੰਨਾ ਕੁ ਉਹਦੇ 'ਚ ਤਾਣ ਹੈ। ਸਵਾਲਿਓ ਕਿੰਨਾ ਕੁ ਸੁੰਦਰ ਹੈ ਰੂਪ ਉਹਦਾ, ਸਵਾਲਿਓ ਰੂਪ। ਕੀਤੀ ਦਾਤ, ਕਿੰਨੀਆਂ ਕੁ ਉਹਦੇ ਕੋਲ ਦਾਤਾਂ ਨੇ। ਜਾਣੈ ਕੌਣ ਕੂਤ, ਇਹ ਕੂਤ ਦਾ ਅਰਥ ਪਤਾ ਕੀ ਹੈ? ਅੰਦਾਜ਼ਾ ਲਾਉਣਾ, ਕੂਤ ਕਰਨਾ, ਆਈਡੀਆ ਲਾਉਣਾ। ਕੌਣ ਉਹਦਾ ਅੰਦਾਜ਼ਾ ਲਾ ਸਕਦਾ ਵੀ ਉਹ ਕਿੰਨੀਆਂ ਕੁ ਦਾਤਾਂ ਦਾ ਮਾਲਕ ਹੈ, ਕਿੰਨਾ ਕੁ ਸੁੰਦਰ ਹੈ, ਕਿੰਨਾ ਕੁ ਤਾਣ ਬਲ ਵਾਲਾ ਹੈ? ਕੋਈ ਨਹੀਂ ਦੱਸ ਸਕਦਾ। ਹੁਣ ਕਿਉਂ ਸਮਝਾਈਏ ਬਲ ਕਿਉਂ ਕਿਹਾ, ਕਿਉਂ ਕਿੰਨਾ ਤਾਣ? ਜਿਹੜਾ ਏਡੀ ਵੱਡੀ ਧਰਤੀ ਨੂੰ ਆਪਦੇ ਧਰਮ ਦੇ ਰੁਜ਼ਮ ਤੇ ਹੁਕਮ 'ਚ ਚਲਾਈ ਫਿਰਦਾ, ਘੁਮਾਈ ਫਿਰਦਾ, ਉਹਦਾ ਤਾਣ ਕਿੱਡਾ ਹੋਏਗਾ? ਇਕੱਲੀ ਇੱਕ ਧਰਤੀ ਥੋੜ੍ਹੀ, ਪਤਾ ਨਹੀਂ ਕਿੰਨੀਆਂ ਕੁ ਧਰਤੀਆਂ ਨੇ, ਕਿੰਨਾ ਕੁ ਬ੍ਰਹਮੰਡ ਹੈ, ਕਿੱਡੇ ਕੁ ਬ੍ਰਹਮੰਡ। ਕੋਟ ਬ੍ਰਹਮੰਡ ਕੋ ਠਾਕੁਰ ਸੁਆਮੀ, ਉਹ ਮੇਰਾ ਮਾਲਕ था, ਕਰੋੜਾਂ ਬ੍ਰਹਮੰਡਾਂ ਦਾ ਮਾਲਕ ਹੈ, ਸਾਰੀ ਉਹਦੇ ਹੁਕਮ 'ਚ ਚੱਲਦੇ ਨੇ। ਕਿੱਡਾ ਤਾਣ ਉਹਦਾ, ਕੋਈ ਦੱਸ ਸਕਦਾ? ਫਿਰ ਬਾਬਾ ਜੀ ਕਹਿੰਦੇ ਫਿਰ ਕਿਉਂ ਕਹੀ ਜਾਂਦੇ ਮੇਰੇ ਧੌਲੇ ਬਲਦੇ ਨੇ ਰੋਕਿਆ ਕਿਉਂ? ਤਾਂ ਇੱਥੇ ਲਿਆਉਂਦੇ ਸੀ ਪੁਆਇੰਟ 'ਤੇ। ਇਸ ਕਰਕੇ ਕਹਿੰਦੇ ਉਸ ਦਾ ਕੌਣ ਜਾਣੇ ਕੌਣ ਕੂਤ, ਕੋਈ ਅੰਦਾਜ਼ਾ ਨਹੀਂ ਲੱਸਦਾ। ਇਹ ਤਾਂ ਕਹਿੰਦੇ ਕੀਤਾ ਪਸਾਓ ਏਕੋ ਕਵਾਓ। ਆ ਜਿਹੜਾ ਪਸਾਰਾ ਕੀਤਾ ਨਾ ਉਹਨੇ, ਕਬਾਉਣਾ ਹੁੰਦਾ ਬੋਲਣਾ। ਇੱਕ ਬੋਲਣ ਵਾਸਤੇ ਆਵਾਜ਼ ਚਾਹੀਦੀ ਆ, ਇੱਕ ਬੋਲਣ ਵਾਸਤੇ ਫੁਰਨਾ ਚਾਹੀਦਾ। ਕਬਾਓ, ਹਵਾ ਤੋਂ ਬਿਨਾਂ ਰੱਬ ਨੇ ਸੋਚਿਆ, ਫੁਰਨਾ ਮੰਨਿਆ, ਇਹਨੂੰ ਕੁੰਨ ਕਿਹਾ ਗਿਆ ਹੈ, ਇਹਨੂੰ ਓਮ ਕਿਹਾ ਗਿਆ ਗਾ।
कुन कहते, इस्लाम कहते जदों उन्हें कुन कहा तो सारी सृष्टि बन गई। बाबा नानक कहते जदों उन्हें कवाओ कहा तो सारी सृष्टि बन गई। गल एको ही है। कीता पसाओ, सारा पसारा कीता, एको कवाओ, फिर की होया, तिसते होए लख दरियाओ। ये दरिया किहड़े ने? आ सतलुज वाला? नहीं नहीं नहीं, पानी वाले दरिया नहीं है। तिसते हुए लख दरियाओ, लख दरिया चल पे। किहड़े दरिया चल पे? आ परिंदियां दा, मनुखां दा, जानवरां दा, पंछियां दा, ये दरिया चल पे, सृष्टि चल पई। ये वो सृष्टि चलाउण दा, पसारा करन दा उहदा ढंग है। गुरु पातशाह कहंदे तिसते होए लख दरियाओ। हुण जिहड़ी ये सारी सृष्टि उहने चला रहा, तो कोई बंदा दसे भी ये तां जी धौले बलद ने खड़ाई हुई है, इहदा मतलब उहदा शुमार पा लिया उहने? बाबा नानक कहते नहीं नहीं, तो गलत है। जे कोई विचार करता है, कित्थे उहदी विचार हो सकती है? कुदरत रारे नूं सियारी। हुण आ गए कुदरत च, कुदरत रारे नूं सियारी है, तत्ते नूं सियारी। कुदरत दे विच कुदरत कवन कहा विचार, मैं की विचार करा तेरी कुदरत दी। हो गए ना बाबे ने हथ कड़े। तो बंदा कहे जी ये तो धौल ने चक्या फलाना क्या? बाबा नानक कहता नहीं 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 कही जा सकती। कुदरत कवन कहा विचार, मैं तो एको ही गल निबेड़ दी, वारिया न जावा एक बार। मैं तो ते तो एवं नहीं कहा सदके भी मैं एक बारी भी सारी सृष्टि तो बार के ही जावा, इन्ना भी कह सकते? ये भी नहीं है। फिर गल निबेड़ दी, जो तुद भावै साई भलिकार। हुण आ गए उहदी रजा च, जो तैनू चंगा लगता, जो तुद भावै, जिहड़ा तैनू चंगा लगता, साई उही भली कार, उही कार चंगी जिहड़ी तैनू चंगी लगे। फिर बाबा जी कहते तू किनू कहते ने? तू रब जी, तू सदा हमेशा सदा सलामत। सलामत होंदा हमेशा ही रहन वाला, आद सच जुगाद सच। तू सदा सलामत निरंकार। हे निरंकार जी तू तो सदा ही है, तेरे बारे कोई दस नहीं सकता, तेरे बारे कोई बयान नहीं कर सकता, तू तो बेअंत है। इस करके किन्हां ने मिलिया? वह जेड़े पंच होके तेरे कोले पहुँच गए, उन्होंने तो अपनी दरगाह च मान दे देना है, उन्होंने दरगाह दे विच मिला लेना, वो सारे एक रूप हो जाते हैं। ये फिर हुक्म भी उन्होंने पंचां दे ही चलता है, प्रधानगी उन्होंने पंचां दी भी चलती है। ये थोड़ी अभी देखो ना, सपोज करो हरेक नदी दरिया समुद्र च डिग पिया तो एक रूप हो गया ना। जे समुद्र चो छाला आया, किहड़ी नदी चो आया? कोई दस सकता? वो तो समुद्र चो आया। जे सारे मिल के रब विच एक रूप हो गए ने, निरंकार दा रूप ने, तो फिर हुक्म भी सारिਆਂ ਦਾ चल रहा। वो हुक्म रूप है, ये हुक्म है। मैं कहया सब हुक्म आओ जियो, ये हुक्म ही आया निरंकार दा। दूजा रूप कह सकते, ये रब दा हुक्म ही है, बाणी ये हुक्म है। ये सब उन्होंने राही आया तो उन्होंने रूप ने, एक रूप ही ने, सब पंच ने वो दर ते। इसलिए इस हुक्म च चलना, बाणी के हुक्म च चलना एवें है। जो पता लगे भी तो रब दा हुक्म है, जैसी में आवे खसम की बाणी तैसड़ा करी ज्ञान बे ला लो। फिर ये हुक्म च चल, तो जेड़ा हुक्म चलेगा हुक्म रजाई चलना, नानक लिखिया। फिर हो जाएगा ना सचियारा। इसलिए बाबा जी कहते हैं भाई सचियारे वो बनते हैं जिन्हों ने उस परमेश्वर दे हुक्म दे विच रहना कीता है, उहदे नाल जुड़ना हुआ है। जे को बुझै होवै सचियार, जे कोई इस गल नूं बुझ लेगा वो सचियार बन जाएगा, वो हो जाएगा, वो सचियार बन जाएगा। अगला की उपदेश करते हैं बाबा नानक।